ਲੋਕਰਨ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। बहुत बहुत शुक्रिया, मेहरबानी, धन्यवाद भंगू साहब ਜੀ ਡਾਕਟਰ ਸਾਹਿਬ, ਪਾਰਲੀਮੈਂਟ ਦਾ ਸੈਸ਼ਨ ਚੱਲਦਾ, ਰਾਜ ਸਭਾ ਬੈਠਦੀ ਹੈ। ਰਾਜ ਸਭਾ ਦੇ ਵਿੱਚੋਂ ਰਾਘਵ ਚੱਡਾ ਸਾਹਿਬ ਸਸਪੈਂਡ ਕਰਤੇ ਤੇ ਪਾਰਲੀਮੈਂਟ ਦੇ ਸੈਸ਼ਨ ਦੇ ਇਸ ਐਪੀਸੋਡ ਦੇ ਵਿੱਚ ਜਿਹੜੇ ਨਵੇਂ ਜਲੰਧਰ ਤੋਂ ਐਮਪੀ ਚੁਣੇ ਗਏ ਨੇ ਸੁਸ਼ੀਲ ਕੁਮਾਰ ਰਿੰਕੂ, ਉਹ ਆਪਣੇ ਆਪ ਨੂੰ ਉੱਥੇ ਬੰਨ੍ਹ ਕੇ ਲੈ ਗਏ। ਉਹ ਕਹਿੰਦੇ ਕਿ ਡੈਮੋਕ੍ਰੇਸੀ ਨੂੰ ਆਜ਼ਾਦ ਕਰੋ। ਇੱਕ ਤਾਂ ਵੱਡੀ ਗੱਲ ਇਹ ਬਣ ਜਾਂਦੀ ਹੈ ਕਿ ਦੇਖੋ, ਸਵਾਲ ਜਾਂ ਜਵਾਬ ਅੰਦਰ ਕਰਨੇ ਬਣਦੇ ਨੇ, ਬਾਹਰ ਤੁਸੀਂ ਸਿੰਬਲ ਦੇ ਤੌਰ ਤੇ ਬੈਠ ਤਾਂ ਸਕਦੇ ਹੋ, ਪਰ ਕਿਤੇ ਨਾ ਕਿਤੇ ਲੋਕ ਇਸ ਚੀਜ਼ ਨੂੰ ਡਰਾਮੇਬਾਜ਼ੀ ਸਮਝਦੇ ਕਿ ਸਿਆਸਤਦਾਨ ਡਰਾਮੇਬਾਜ਼ੀ ਕਰਦੇ ਨੇ। ਚੰਗਾ ਹੁੰਦਾ ਜੇ ਅੰਦਰ ਸਾਰੀਆਂ ਗੱਲਾਂ ਉਠਾਈਆਂ ਜਾਣ। ਇਹ ਦੂਜਾ, ਰਾਘਵ ਚੱਡਾ ਸਾਹਿਬ ਨੂੰ ਸਸਪੈਂਡ ਕਰਦਾ, ਕਿਵੇਂ ਵੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਜਿਹੜੀਆਂ ਇਹ ਨਵੀਆਂ ਅਪਡੇਟਸ ਆਈਆਂ ਨੇ ਡਾਕਟਰ ਸਾਹਿਬ? ਭੰਗੂ ਸਾਹਿਬ ਦੇਖੋ, ਜਦੋਂ ਤੋਂ ਬੀਜੇਪੀ ਆਈ ਹੈ ਔਰ ਉਹਦੇ ਵਿੱਚ ਚਾਹੇ ਲੋਕ ਸਭਾ ਹੋਵੇ ਚਾਹੇ ਰਾਜ ਸਭਾ ਹੋਵੇ, ਤੁਸੀਂ ਦੇਖੋਗੇ ਕਿ ਜਿੰਨੇ ਵੀ ਬਿੱਲ ਲੈ ਕੇ ਆ ਰਹੀ ਹੈ ਉਹ ਜਾਂ ਤਾਂ ਲੋਕਾਂ ਦੇ ਵਿਰੋਧ 'ਚ ਨੇ, ਹਿੰਦੁਸਤਾਨ ਦੇ ਵਿਰੋਧ 'ਚ ਨੇ। ਇੱਥੋਂ ਤੱਕ ਕਿ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਰਕਾਰ ਦੇ ਵਿਰੋਧ ਦੇ ਵਿੱਚ ਬਿੱਲ ਲਿਆਂਦਾ ਗਿਆ ਔਰ ਉਹ ਬਿੱਲ ਜਿਹੜਾ ਹੈਗਾ ਪਾਸ ਕੀਤਾ ਗਿਆ। ਇਸੇ ਤਰ੍ਹਾਂ ਹੁਣ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਬੰਦੇ ਨੂੰ ਸਸਪੈਂਡ ਕੀਤਾ ਜਾ ਰਿਹਾ, ਚਾਹੇ ਉਹ ਕਾਂਗਰਸ ਦੇ, ਕੱਲ ਉਹਨਾਂ ਨੇ ਕਾਂਗਰਸ ਦੇ ਨੁਮਾਇੰਦੇ ਨੂੰ ਵੀ ਸਸਪੈਂਡ ਕੀਤਾ, ਔਰ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਨੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ, ਬੀਜੇਪੀ ਦੀ ਇਹੀ ਅੱਖ ਰਹਿੰਦੀ ਹੈ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਇਹਨਾਂ ਦੀ ਆਵਾਜ਼ ਨੂੰ ਜਿਹੜੀ ਹੈਗੀ ਹੈ ਬੁਲੰਦ ਕਰਨ ਤੋਂ ਰੋਕਿਆ ਜਾਵੇ। ਔਰ ਰਾਘਵ ਚੱਡਾ ਨਾਲ ਵੀ ਇਹੀ ਹੋਇਆ ਪਿਛਲੇ ਦਿਨਾਂ ਦੇ ਵਿੱਚ। ਉਹਨਾਂ ਨੇ ਜਦੋਂ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਆਪਣਾ ਆਵਾਜ਼ ਉਠਾਈ ਕਿ ਭਾਈ ਇਹ ਜਿਹੜੇ ਬਿੱਲ ਤੁਸੀਂ ਲੈ ਕੇ ਆ ਰਹੇ ਹੋ ਇਹ ਗਲਤ ਨੇ, ਤਾਂ ਉਸ ਬਿੱਲ ਦੇ ਹੱਕ ਦੇ ਵਿੱਚ ਜਿਹੜੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਨੂੰ ਜਿਹੜਾ ਹੈਗਾ ਸਸਪੈਂਡ ਕੀਤਾ ਗਿਆ। ਇਸੇ ਤਰ੍ਹਾਂ ਜਦੋਂ ਬਿੱਲ ਲਿਆਂਦਾ ਗਿਆ ਸੀਗਾ ਦਿੱਲੀ ਸਰਕਾਰ ਦੇ ਖਿਲਾਫ, ਤਾਂ ਉਦੋਂ ਰਿੰਕੂ ਜੀ ਨੂੰ ਸਸਪੈਂਡ ਕੀਤਾ ਗਿਆ ਸੀਗਾ। ਸੋ ਇਹ ਜਿਹੜੀ ਸਸਪੈਂਸ਼ਨ ਹੈ ਵੱਖ-ਵੱਖ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਦੀ, ਇਹ ਬਹੁਤ ਹੀ ਬਿਲਕੁਲ ਠੀਕ ਤੁਸੀਂ ਕਿਹਾ ਕਿ ਇਹ ਗਲਤ ਗੱਲ ਹੈ। ਔਰ ਲੋਕਤੰਤਰ ਦੇ ਵਿੱਚ ਭੰਗੂ ਸਾਹਿਬ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੋਣਾ ਚਾਹੀਦਾ ਹੈ, ਔਰ ਕੋਈ ਨਾ ਕੋਈ ਦੋਸ਼ ਲਾ ਕੇ ਕਿ ਉਹਨੇ ਤਾਂ ਜੀ ਫਲਾਣੇ ਨੇ ਗਲਤ ਸਾਈਨ ਕਰਤੇ, ਫਲਾਣੇ ਨੇ ਇਦਾਂ ਕਰਤਾ, ਇਹ ਜਿਹੜਾ ਹੈਗਾ ਬਿਲਕੁਲ ਗਲਤ ਦੋਸ਼ ਨੇ। ਔਰ ਇਹਦੇ ਨਾਲ ਲੋਕ ਸਭਾ ਦੇ ਵਿੱਚ ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਘਟ ਰਿਹਾ ਹੈ। ਔਰ ਇਹ ਜਿਹੜੀ ਤਾਨਾਸ਼ਾਹੀ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਦੀ ਸ਼ਰੇਆਮ ਦਿਖਾਈ ਦੇ ਰਹੀ ਹੈ। ਸੋ 24 ਦੇ ਵਿੱਚ ਜੇਕਰ ਇਹ ਸਾਰੀਆਂ ਚੀਜ਼ਾਂ ਚੱਲਣਗੀਆਂ ਤਾਂ ਮੈਨੂੰ ਲੱਗਦਾ ਹੈ ਕਿ ਲੋਕ ਹਿੰਦੁਸਤਾਨ ਦੇ ਸਮਝਣਗੇ ਔਰ ਮੋਦੀ ਸਾਹਿਬ ਨੂੰ ਜ਼ਰੂਰ ਕੋਈ ਨਾ ਕੋਈ ਸਬਕ ਜਿਹੜਾ ਹੈਗਾ ਸਿਖਾਇਆ ਜਾਏਗਾ। ਸੋ ਉਮੀਦ ਹੈ, ਆਪਾਂ ਕਹਿ ਸਕਦੇ ਹਾਂ ਕਿ ਇੱਕ ਆਵਾਜ਼ ਜ਼ਰੂਰ ਮੋਦੀ ਸਾਹਿਬ ਦੇ ਵਿਰੋਧ ਦੇ ਵਿੱਚ, ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਵੇਲੇ ਪੂਰੇ ਹਿੰਦੁਸਤਾਨ ਦੇ ਵਿੱਚ। ਜੀ ਡਾਕਟਰ ਸਾਹਿਬ, ਥੋੜੇ ਕੁ ਸਮੇਂ ਦੇ ਲਈ ਸੁਸ਼ੀਲ ਕੁਮਾਰ ਰਿੰਕੂ ਚੁਣੇ ਗਏ ਸੀ ਮੈਂਬਰ ਪਾਰਲੀਮੈਂਟ। ਉਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਸੀ, ਵਿਰੋਧ ਸੀ ਉਹਨਾਂ ਦਾ ਸੀ ਕਿ ਆਪਣੇ ਆਪ ਨੂੰ ਉਹ ਇੱਕ ਸੰਗਲਾਂ ਦੇ ਨਾਲ ਬੰਨ੍ਹ ਕੇ ਉੱਥੇ ਲੈ ਕੇ ਗਏ ਤੇ ਕਹਿੰਦੇ ਕਿ ਡੈਮੋਕ੍ਰੇਸੀ, ਲੋਕਤੰਤਰ ਨੂੰ ਆਜ਼ਾਦ ਕਰੋ। ਉਸ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਪਰਫਾਰਮੈਂਸ ਬਾਹਰ ਜ਼ਿਆਦਾ ਵਧੀਆ ਹੋ ਸਕਦੀ ਹੈ ਜਾਂ ਅੰਦਰ ਜ਼ਿਆਦਾ ਵਧੀਆ ਹੋ ਸਕਦੀ ਹੈ? ਦੇਖੋ, ਉਹ ਇਸ ਲਈ ਅੰਦਰ ਨਹੀਂ ਸੀ ਜਾ ਸਕੇ ਕਿਉਂਕਿ ਉਹਨਾਂ ਨੂੰ ਸਸਪੈਂਡ ਹੀ ਕਰ ਦਿੱਤਾ ਗਿਆ ਸੀ ਪਿਛਲੇ ਵਾਰੀ। ਮੈਂ ਇਹੀ ਕਹਿ ਰਿਹਾ ਕਿ ਜੇਕਰ ਤੁਸੀਂ ਅੰਦਰ ਆਵਾਜ਼ ਉਠਾਓਗੇ ਤਾਂ ਚੰਗੀ ਗੱਲ ਹੈ। ਚੰਗੀ ਗੱਲ ਹੈ ਕਿ ਲੋਕ, ਕਿਉਂਕਿ ਅੱਜ ਜਦੋਂ ਅਸੀਂ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਜਾਂ ਰਾਜ ਸਭਾ ਦੀ ਗੱਲ ਕਰਦੇ ਹਾਂ, ਚਾਹੇ ਲੋਕ ਸਭਾ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਜਿਹੜਾ ਅੱਜ ਮੀਡੀਆ ਹੈ ਉਹਦੇ ਵਿੱਚ ਲਗਾਤਾਰ ਉਹ ਲਾਈਵ ਚੀਜ਼ ਚੱਲਦੀ ਹੈ। ਲੋਕ, ਹਿੰਦੁਸਤਾਨ ਦੇ ਬੱਚੇ ਤੱਕ ਉਹ ਚੀਜ਼ਾਂ ਪਹੁੰਚਦੀਆਂ ਨੇ। ਜੇਕਰ ਤੁਸੀਂ ਉੱਥੋਂ ਹੀ ਵੱਖ-ਵੱਖ ਨੁਮਾਇੰਦਿਆਂ ਨੂੰ ਸਸਪੈਂਡ ਕਰਕੇ ਬਾਹਰ ਭੇਜ ਦੋਗੇ ਤਾਂ ਲਾਜ਼ਮੀ ਤੌਰ ਤੇ ਲੋਕ ਫਿਰ ਇਦਾਂ ਹੀ ਕੀ ਕਰਨਗੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਸੰਜੇ ਸਿੰਘ ਜੀ ਨੂੰ ਤੁਸੀਂ ਦੇਖਿਆ ਹੋਏਗਾ ਜਾਂ ਬਾਕੀ ਕਾਂਗਰਸ ਦੇ ਨੁਮਾਇੰਦਿਆਂ ਨੂੰ ਬਾਹਰ ਰੱਖਿਆ ਗਿਆ ਸੀਗਾ ਔਰ ਸਸਪੈਂਡ ਕਰ ਦਿੱਤਾ ਗਿਆ ਸੀਗਾ, ਤਾਂ ਉਹਨਾਂ ਨੇ ਬਾਹਰ ਰਾਤ ਨੂੰ ਵੀ ਧਰਨੇ ਲਾਏ ਸੀਗੇ। ਤੋਂ ਤੁਹਾਨੂੰ ਯਾਦ ਹੋਗਾ ਪਿਛਲੇ ਦਿਨਾਂ ਦੀ ਗੱਲ ਹੈ। ਔਰ ਇਹੀ ਗੱਲ ਜਦੋਂ ਹੁਣ ਰਾਜ ਸਭਾ ਦੇ ਵਿੱਚ ਹੋ ਰਹੀ ਹੈ
ਔਰ ਲੋਕ ਸਭਾ ਦੇ ਵਿੱਚ ਵੀ ਪਹਿਲਾਂ ਇਹਨਾਂ ਨੂੰ ਨਹੀਂ ਆਉਣ ਦਿੱਤਾ ਗਿਆ, ਸਸਪੈਂਡ ਰਿੰਕੂ ਜੀ ਨੂੰ ਕੀਤਾ ਗਿਆ। ਤਾਂ ਹੁਣ ਅਲਟੀਮੇਟਲੀ ਬੰਦੇ ਕੋਲ ਕੀ ਬਚਦਾ ਹੈ? ਵਿਰੋਧ ਹੀ ਬਚਦਾ ਹੈ। ਸੋ ਇਸ ਕਰਕੇ ਉਹਨਾਂ ਨੇ ਉਹ ਬਾਹਰ ਵਿਰੋਧ ਕਰ ਰਹੇ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਲਗਾਤਾਰ ਬੀਜੇਪੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਜਿੰਨੇ ਵੀ ਲੋਕ ਵਿਰੋਧੀ ਆਵਾਜ਼ਾਂ ਉਠਾ ਰਹੇ ਨੇ ਉਹਨਾਂ ਨੂੰ ਜਾਂ ਤਾਂ ਸਸਪੈਂਡ ਕਰ ਦਿਓ ਜਾਂ ਉਹਨਾਂ ਦੀ ਆਵਾਜ਼ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਦਬਾ ਦਿਓ, ਤਾਂ ਫਿਰ ਇਦਾਂ ਦਾ ਜਿਹੜਾ ਹੈਗਾ ਮਾਹੌਲ ਹੀ ਕ੍ਰੀਏਟ ਹੋਏਗਾ। ਸੋ ਮੋਦੀ ਸਾਹਿਬ ਨੂੰ, ਬੀਜੇਪੀ ਨੂੰ ਇਹ ਚਾਹੀਦਾ ਹੈ ਕਿ ਲੋਕਤੰਤਰ ਦੀ ਬਹਾਲੀ ਹੋਵੇ, ਲੋਕਤੰਤਰ ਦੇ ਵਿੱਚ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੋਵੇ। ਸੋ ਉਹਨਾਂ ਦੇ ਹੱਕ ਨੂੰ ਜਿਹੜਾ ਹੈਗਾ ਨਾ ਦਬਾਇਆ ਜਾਏ, ਨਾ ਖਤਮ ਕੀਤਾ ਜਾਏ। ਸੋ ਇਸ ਕਰਕੇ ਰਿੰਕੂ ਜੀ ਨੂੰ ਵੀ ਪਹਿਲਾਂ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ, ਔਰ ਨਾ ਹੀ ਚੱਡਾ ਸਾਹਿਬ ਨੂੰ ਜਿਹੜਾ ਹੈਗਾ ਸਸਪੈਂਡ ਕਰਨਾ ਚਾਹੀਦਾ ਸੀਗਾ, ਕਿਉਂਕਿ ਲੋਕਤੰਤਰ ਦੇ ਵਿੱਚ ਵਿਰੋਧੀ ਧਿਰ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਜੇ ਤੁਸੀਂ ਵਿਰੋਧੀ ਧਿਰ ਨੂੰ ਹੀ ਖਤਮ ਕਰ ਦੋਗੇ, ਜੇ ਤੁਸੀਂ ਵਿਰੋਧੀ ਧਿਰ ਨੂੰ ਹੀ ਇਹ ਕਹੋਗੇ ਕਿ ਅਸੀਂ ਤੁਹਾਨੂੰ ਬੋਲਣ ਨਹੀਂ ਦੇਵਾਂਗੇ, ਤੁਹਾਨੂੰ ਅਸੀਂ ਸਸਪੈਂਡ ਕਰਾਂਗੇ, ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਲੋਕਤੰਤਰ ਦੇ ਵਿੱਚ ਬਹੁਤ ਜ਼ਿਆਦਾ ਸੰਕਟ ਆਉਣ ਦੀਆਂ ਸੰਭਾਵਨਾਵਾਂ ਨੇ। ਸੋ ਗੱਲ ਤਾਂ ਇਹ ਚਾਹੀਦੀ ਸੀ ਕਿ ਜੋ ਮਨੀਪੁਰ ਦੇ ਵਿੱਚ ਹੋ ਰਿਹਾ, ਜੋ ਰਾਜਸਥਾਨ ਦੇ ਵਿੱਚ ਹੋ ਰਿਹਾ, ਜਾਂ ਹੋਰ ਬਾਕੀ ਸੂਬਿਆਂ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਹੋਏ ਨੇ, ਉਹਨਾਂ ਦੇ ਉੱਤੇ ਡਿਸਕਸ਼ਨਸ ਹੁੰਦੀਆਂ, ਉਹਨਾਂ ਦੇ ਉੱਤੇ ਬਹਿਸਾਂ ਹੁੰਦੀਆਂ, ਲੋਕ ਬਹਿਸਾਂ ਨੂੰ ਦੇਖਦੇ ਤੇ ਆਪਣੇ ਤੌਰ ਤੇ ਉਹ ਆਪਣੇ ਨਿਰਣੇ ਕਰਦੇ। ਪਰ ਹੋ ਕੀ ਰਿਹਾ ਕਿ ਇਹਨਾਂ ਬਹਿਸਾਂ ਦੀ ਬਜਾਏ ਲੋਕਾਂ ਨੂੰ ਇਦਾਂ ਦੇ ਮੁੱਦਿਆਂ ਦੇ ਵਿੱਚ, ਸਸਪੈਂਸ਼ਨ ਦੇ ਮੁੱਦਿਆਂ ਦੇ ਵਿੱਚ, ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਕੋਈ ਨਾਲ ਸੰਬੰਧਿਤ ਹੀ ਨਹੀਂ ਹੈਗੇ, ਉਹ ਮੁੱਦਿਆਂ ਨਾਲ ਤੁਸੀਂ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਸੋ ਇਹ ਗੱਲ ਜਿਹੜੀ ਹੈਗੀ ਹੈ ਮੋਦੀ ਸਰਕਾਰ ਲਈ ਗਲਤ ਮੈਨੂੰ ਦਿਖਾਈ ਦੇ ਰਹੀ ਹੈ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਕੀ ਡੈਮੋਕ੍ਰੇਸੀ ਦੇ ਵਿੱਚ ਚੁਣੀ ਗਈ ਸਰਕਾਰ ਭਾਜਪਾ ਸੈਸ਼ਨ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਉਸ ਤਰੀਕੇ ਦੇ ਨਾਲ ਪਰਫਾਰਮੈਂਸ ਨਹੀਂ ਕਰਨ ਦੇ ਰਹੀ ਵਿਰੋਧੀ ਧਿਰਾਂ ਨੂੰ, ਜਿਸ ਤਰੀਕੇ ਦਾ ਸੰਵਿਧਾਨ ਅਧਿਕਾਰ ਦਿੰਦਾ? ਬਿਲਕੁਲ, ਦੇਖੋ ਸੰਵਿਧਾਨ ਇਹ ਕਹਿੰਦਾ ਹੈ ਕਿ ਜਿਸ ਮੁਲਕ ਦੇ ਵਿੱਚ ਇੱਕ ਪੂਰੇ ਦਾ ਪੂਰਾ ਸਟੇਟ ਸੜ ਰਿਹਾ ਹੋਵੇ, ਮਨੀਪੁਰ ਇਸ ਵੇਲੇ ਬੁਰੀ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਸੜ ਰਿਹਾ ਹੈ, ਗੱਲ ਤਾਂ ਉਹਦੀ ਉਸ ਸਟੇਟ ਦੀਆਂ ਸਮੱਸਿਆਵਾਂ ਦੀ ਹੋਣੀ ਚਾਹੀਦੀ ਸੀਗੀ ਕਿ ਭਾਈ ਉੱਥੇ ਸਥਿਤੀ ਇਦਾਂ ਦੀ ਪੈਦਾ ਹੋਈ ਤਾਂ ਕਿਉਂ ਹੋਈ। ਸੋ ਇਸ ਕਰਕੇ ਇਹਦੇ ਉੱਤੇ ਮੋਦੀ ਸਾਹਿਬ ਨੂੰ ਬੋਲਣਾ ਚਾਹੀਦਾ ਸੀਗਾ। ਪਰ ਆਪਾਂ ਕੱਲ ਦੇਖਿਆ ਹੀ ਹੈ ਕਿ ਮੋਦੀ ਸਾਹਿਬ ਬਹੁਤ ਘੱਟ ਬੋਲੇ ਨੇ ਇਸ ਮੁੱਦੇ ਦੇ ਉੱਤੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀਆਂ ਬੇਸਿਕ ਇਸ਼ੂਜ਼ ਨੇ ਲੋਕਾਂ ਦੇ, ਉਹ ਪਾਰਲੀਮੈਂਟ ਸੈਸ਼ਨ ਇਸ ਲਈ ਬਣਦੇ ਆ ਕਿ ਉਹਨਾਂ ਬੇਸਿਕ ਇਸ਼ੂਜ਼ ਦੇ ਉੱਤੇ ਬਹਿਸ ਜਿਹੜੀ ਹੈਗੀ ਹੈ ਵੱਖ-ਵੱਖ ਧਿਰਾਂ ਦੇ ਨਾਲ ਕੀਤੀ ਜਾਵੇ, ਤਾਂ ਕਿ ਕੋਈ ਨਵਾਂ ਹੱਲ ਜਿਹੜਾ ਹੈਗਾ ਉਹਨਾਂ ਦਾ, ਉਹਨਾਂ ਸਮੱਸਿਆਵਾਂ ਦਾ, ਉਹਨਾਂ ਸੰਕਟਾਂ ਦਾ ਕੀਤਾ ਜਾ ਸਕੇ। ਪਰ ਇੱਥੇ ਕੀ ਹੈ ਕਿ ਸੰਕਟ ਹੋਰ ਵਧਾਇਆ ਜਾ ਰਿਹਾ ਹੈ, ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਚਾਹੇ ਤੁਸੀਂ ਹਰਿਆਣੇ ਦੇ ਵਿੱਚ ਜੋ ਜਿਸ ਕਿਸਮ ਦੇ ਨਾਲ ਉੱਥੇ ਸਾਰੀ ਗੜਬੜ ਹੋਈ ਹੈ, ਉਹਦੇ ਵਿੱਚ ਵੀ ਐਂ ਲੱਗਦਾ ਕਿ 24 ਦੀ ਤਿਆਰੀ ਖਿੱਚੀ ਜਾ ਰਹੀ ਹੈ। 24 ਦੇ ਵਿੱਚ ਪੋਲਰਾਈਜੇਸ਼ਨ, ਲੋਕਾਂ ਨੂੰ ਧਰਮਾਂ ਦੇ ਨਾਂ ਦੇ ਉੱਤੇ, ਜਾਤਾਂ ਦੇ ਨਾਂ ਦੇ ਉੱਤੇ, ਹੋਰ ਵੱਖ-ਵੱਖ ਜਿਹੜੀਆਂ ਵੰਡਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਲੜਾ ਕੇ, ਪੋਲਰਾਈਜੇਸ਼ਨ ਕਰਕੇ ਚੋਣਾਂ ਜਿੱਤਣ ਦਾ ਜਿਹੜਾ ਹੈਗਾ ਯਤਨ ਕੀਤਾ ਜਾ ਰਿਹਾ। ਇਹ ਬਹੁਤ ਹੀ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਭਵਿੱਖ ਦੇ ਲਈ, ਫਿਊਚਰ ਦੇ ਲਈ ਇੱਕ ਮਾੜੀ ਸੋਚ ਕਹਿ ਸਕਦੇ ਹਾਂ ਕਿ ਇਦਾਂ ਦੀ ਪੋਲਿਟਿਕਸ ਤੋਂ ਸਾਨੂੰ ਬਚਣ ਦੀ ਲੋੜ ਹੈ ਭੰਗੂ ਸਾਹਿਬ। ਵਿਰੋਧੀ ਧਿਰਾਂ ਦਾ ਕਹਿਣਾ ਕਿ ਜਿਹੜਾ ਇੰਡੀਆ ਨਾਮ ਦਾ ਗਰੁੱਪ ਬਣਿਆ ਉਹਦੇ ਤੋਂ ਬੀਜੇਪੀ ਡਰੀ ਹੋਈ ਹੈ, ਇਸੇ ਕਰਕੇ ਇਸ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕੀਤਾ ਜਾ ਰਿਹਾ। ਬਿਲਕੁਲ, ਦੇਖੋ ਇਸ ਵੇਲੇ ਡਰੀ ਤਾਂ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਕਿਉਂਕਿ ਜਿੰਨੀ ਦੇਰ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਵਿਰੋਧੀ ਧਿਰਾਂ ਇਕੱਠੀਆਂ ਨਹੀਂ ਸੀਗੀਆਂ, ਉਨੀ ਦੇਰ ਉਹ ਕੁਝ ਨਹੀਂ ਸੀ ਹੋ ਰਿਹਾ। ਹੁਣ ਜਦੋਂ ਵਿਰੋਧੀ ਧਿਰਾਂ ਇਕੱਠੀਆਂ ਹੋ ਰਹੀਆਂ ਨੇ ਔਰ ਲਗਭਗ 26 ਪਾਰਟੀਆਂ ਇਕੱਠੀਆਂ ਹੋ ਚੁੱਕੀਆਂ ਨੇ, ਤਾਂ ਕਿਤੇ ਨਾ ਕਿਤੇ ਇਸ ਵੇਲੇ ਮੋਦੀ ਸਾਹਿਬ ਔਰ ਬੀਜੇਪੀ ਇੱਕ ਡਰੀ ਹੋਈ ਸਥਿਤੀ ਦੇ ਵਿੱਚ ਨਜ਼ਰ ਜ਼ਰੂਰ ਆ ਰਹੀ ਹੈ। ਸੋ ਬੇਸ਼ੱਕ ਉੱਤੋਂ ਉਹ ਕਹਿ ਜ਼ਰੂਰ ਰਹੇ ਨੇ ਕਿ ਸਾਨੂੰ ਕੋਈ ਡਰ ਨਹੀਂ ਹੈ, ਸਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਹੈ, ਪਰ ਅੰਦਰ ਖਾਤੇ ਬੀਜੇਪੀ ਨੂੰ ਇਹ ਜ਼ਰੂਰ ਪਤਾ ਲੱਗ ਗਿਆ ਹੈ ਕਿ 24 ਦੇ ਵਿੱਚ ਮੁਕਾਬਲਾ ਇੰਨਾ ਆਸਾਨ ਨਹੀਂ ਹੋਏਗਾ ਜਿੰਨਾ ਪਹਿਲਾਂ ਸੀਗਾ। ਸੋ ਇਸ ਕਰਕੇ 19 ਵਾਲਾ ਹੁਣ ਜਿਹੜਾ ਹੈਗਾ ਮਾਹੌਲ ਬਿਲਕੁਲ ਵੱਖਰਾ ਹੋਏਗਾ 19 ਤੋਂ 24 ਵਾਲਾ। ਸੋ ਜੇਕਰ 26 ਤੋਂ ਬਾਅਦ ਜ਼ਿਆਦਾ ਪਾਰਟੀਆਂ ਹੋਰ ਇਹਨਾਂ ਦੇ ਨਾਲ ਆਉਂਦੀਆਂ ਨੇ ਤਾਂ ਬਹੁਤ ਇੱਕ ਨਵੀਂ ਤਰ੍ਹਾਂ ਦੇ ਰਿਜ਼ਲਟ ਤੁਹਾਨੂੰ 24 ਦੇ ਵਿੱਚ ਵੇਖਣ ਨੂੰ ਮਿਲ ਸਕਦੇ ਨੇ। ਸੋ ਇਸ ਕਰਕੇ ਬੀਜੇਪੀ ਜਿਹੜੀ ਹੈਗੀ ਹੈ ਉਹ ਸਾਰਿਆਂ ਦੇ ਇਕੱਠੇ ਹੋਣ ਤੋਂ, ਇੰਡੀਆ ਦੇ ਬਣਨ ਤੋਂ ਕਾਫੀ ਚਿੰਤਤ ਨਜ਼ਰ ਆ ਰਹੀ ਹੈ। ਇਹੀ ਕਾਰਨ ਹੈ ਕਿ ਉਹ ਬਾਰ-ਬਾਰ
ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਕਦੇ ਸਸਪੈਂਡ ਕਰਦੀਆਂ ਨੇ, ਕਦੇ ਕੋਈ ਉਹਨਾਂ ਦੇ ਦੂਸ਼ਣ ਲਾਉਂਦੀਆਂ ਨੇ, ਕਦੇ ਕੋਈ ਨਾ ਕੋਈ ਦੋਸ਼ ਲਾ ਕੇ ਉਹਨਾਂ ਨੂੰ ਬਾਹਰ ਰੱਖਣਾ ਚਾਹੁੰਦੀਆਂ ਨੇ ਤਾਂ ਕਿ ਉਹ ਕੋਈ ਸਹੀ ਬਹਿਸ ਨਾ ਕਰ ਸਕਣ। ਸੋ ਇਸ ਕਰਕੇ ਸਾਨੂੰ ਜਿਹੜਾ ਹੈਗਾ ਲੋਕਾਂ ਨੂੰ, ਆਮ ਲੋਕਾਂ ਨੂੰ ਇਦਾਂ ਦੀਆਂ ਜਿਹੜੀਆਂ ਕੂਟਨੀਤੀਆਂ ਤੋਂ ਉਹਨਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਰਾਜ ਸਭਾ ਦੇ ਵਿੱਚ ਉਹ ਬਿੱਲ ਵੀ ਪਾਸ ਕਰਤਾ ਗਿਆ, ਉਹਦਾ ਕੀ ਇੰਪੈਕਟ ਰਹੂਗਾ ਪੋਲਿਟਿਕਸ ਦੇ ਉੱਪਰ ਖਾਸ ਕਰਕੇ, ਕਿਉਂਕਿ ਇਸੇ ਬਿੱਲ ਦਾ ਸਹਾਰਾ ਲੈ ਕੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਜਿਹੜਾ ਗੱਠਜੋੜ ਹੋਇਆ ਸੀ ਇੰਡੀਅਨ ਆਮ ਦਾ ਗਰੁੱਪ, ਉਹਨੂੰ ਜੁਆਇਨ ਕਰ ਗਿਆ। ਬਿਲਕੁਲ, ਦੇਖੋ ਇਹਦੇ ਨਾਲ ਬਹੁਤ ਨੁਕਸਾਨ ਹੋਏਗਾ, ਖਾਸ ਤੌਰ ਤੇ ਜਿਹੜੀ ਸਾਡਾ ਸਟੇਟ ਔਰ ਰਾਜਾਂ ਦਾ ਜੋ ਸੰਬੰਧ ਹੈ ਉਹਦੇ ਵਿੱਚ ਕਾਫੀ ਵੱਡਾ ਵਿਗਾੜ ਆਏਗਾ। ਸੋ ਇਦਾਂ ਤਾਂ ਕੱਲ ਨੂੰ ਕੋਈ ਪੰਜਾਬ ਨਾਲ ਵੀ ਛੇੜਛਾੜ ਹੋ ਸਕਦੀ ਹੈ, ਹਰਿਆਣੇ ਨਾਲ ਵੀ ਛੇੜਛਾੜ ਹੋ ਸਕਦੀ ਹੈ, ਜਾਂ ਬਾਕੀ ਸਟੇਟਾਂ ਦੇ ਨਾਲ ਵੀ ਛੇੜਛਾੜ ਹੋ ਸਕਦੀ ਹੈ। ਜੇ ਇਦਾਂ ਹੀ ਅਸੀਂ ਅਦਾਲਤਾਂ ਨੂੰ ਵੀ ਨਹੀਂ ਮੰਨਾਂਗੇ, ਅਸੀਂ ਸੁਪਰੀਮ ਕੋਰਟ ਨੂੰ ਵੀ ਨਹੀਂ ਮੰਨਾਂਗੇ, ਅਸੀਂ ਸਿਰਫ ਇਹ ਕਹਿ ਕੇ ਕਿ ਸਾਡੇ ਕੋਲੇ ਹੁਣ ਸੱਤਾ ਹੈ, ਰਾਜ ਸਭਾ 'ਚ ਵੀ ਸਾਡੇ ਕੋਲ ਸੱਤਾ ਹੈ, ਲੋਕ ਸਭਾ ਦੇ ਵਿੱਚ ਸੱਤਾ ਹੈ, ਇਸ ਕਰਕੇ ਕਿਸੇ ਕਿਸਮ ਦੇ ਵੀ ਕਾਨੂੰਨ ਬਣਾਏ ਜਾ ਸਕਦੇ ਨੇ। ਸੋ ਇਹਦੇ ਤੋਂ ਸਾਨੂੰ, ਮੈਨੂੰ ਲੱਗਦਾ ਕਿ ਸੁਚੇਤ ਹੋਣ ਦੀ ਲੋੜ ਹੈ। ਇਦਾਂ ਦੀਆਂ ਕੂਟਨੀਤੀਆਂ ਪਹਿਲਾਂ ਕਾਂਗਰਸ ਕਰ ਚੁੱਕੀ ਹੈ। ਤੁਹਾਨੂੰ ਯਾਦ ਹੋਏਗਾ ਇੰਦਰਾ ਗਾਂਧੀ ਵੇਲੇ ਜਦੋਂ ਉਹਨਾਂ ਨੇ ਐਮਰਜੈਂਸੀ ਲਗਾਤੀ ਸੀਗੀ 1975-76 ਦੇ ਵਿੱਚ, ਤਾਂ ਲੋਕਾਂ ਨੇ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੀਗਾ। ਹੁਣ ਲਗਭਗ ਇਸ ਵੇਲੇ ਬੀਜੇਪੀ ਵੀ ਉਸ ਕਿਸਮ ਦੇ ਮਾਹੌਲ ਵੱਲ, ਐਮਰਜੈਂਸੀ ਜਿਹੜੀ ਹੈਗੀ ਅਣਐਲਾਨੀ ਵੱਲ ਜਾ ਰਹੀ ਹੈ। ਸੋ ਉਹਦੇ ਤੋਂ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਔਰ ਜੇਕਰ ਇਦਾਂ ਦੇ ਬਿੱਲ ਬਾਕੀ ਸਟੇਟਾਂ ਲਈ ਵੀ ਪਾਸ ਕੀਤੇ ਜਾਣਗੇ ਤਾਂ ਇਹ ਬਹੁਤ ਹੀ ਇੱਕ ਲੋਕਤੰਤਰ ਦੇ ਲਈ ਮਾੜੇ ਦਿਨ ਆਉਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਉਹਨਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਭੰਗੂ ਸਾਹਿਬ। ਜੀ ਡਾਕਟਰ ਸਾਹਿਬ, ਆਖਰੀ ਸਵਾਲ, ਜਿਹੜਾ ਵਿਰੋਧੀ ਧਿਰਾਂ ਦਾ ਗੱਠਜੋੜ ਹੋਇਆ, ਕਿੰਨਾ ਭਾਰੀ ਪੈ ਸਕਦਾ ਮੌਜੂਦਾ ਸੱਤਾ ਦੇ ਉੱਪਰ? ਬਹੁਤ ਜ਼ਿਆਦਾ, ਇਹਦੇ 'ਚ ਬਹੁਤ ਜ਼ਿਆਦਾ ਸੰਭਾਵਨਾਵਾਂ, ਮੈਂ ਫੇਰ ਕਹਾਂਗਾ ਕਿ ਵਿਰੋਧੀ ਧਿਰ ਨੂੰ ਇਕੱਠਾ ਹੋਣਾ ਹੀ ਪੈਣਾ ਸੀਗਾ। ਜੇਕਰ ਉਹ ਪਿਛਲੇ 19 ਦੇ ਵਿੱਚ ਵੀ ਇਕੱਠੀਆਂ ਹੋ ਜਾਂਦੀਆਂ ਤਾਂ ਅੱਜ ਰਿਜ਼ਲਟ ਕੁਝ ਹੋਰ ਹੋਣੇ ਸੀਗੇ। ਸੋ ਉਦੋਂ ਵੀ ਉਹਨਾਂ ਨੇ ਗਲਤੀ ਕੀਤੀ, ਕਿਉਂਕਿ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਆਪਾਂ ਪਿਛਲੇ ਵਾਰੀ ਵੀ ਗੱਲਾਂ ਕਰਦੇ ਰਹੇ ਆ, 19 ਦੇ ਵਿੱਚ ਵੀ ਇਹੀ ਗੱਲ ਮੈਂ ਕਹਿੰਦਾ ਰਿਹਾ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਔਰ ਚਾਹੇ ਆਪਣੇ ਜਿਹੜੇ ਨਿੱਕੇ ਮੋਟੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁਲਾ ਕੇ ਸੰਵਿਧਾਨ ਨੂੰ ਬਚਾਉਣਾ, ਹਿੰਦੁਸਤਾਨ ਨੂੰ ਬਚਾਉਣਾ, ਔਰ ਵੱਖ-ਵੱਖ ਕਮਿਊਨਿਟੀਜ਼ ਨੂੰ ਬਚਾਉਣਾ ਇਸ ਵੇਲੇ ਬੁਨਿਆਦੀ ਲੋੜ ਬਣੀ ਹੋਈ ਹੈ। ਜੇਕਰ ਇਹ ਨਹੀਂ ਹੁੰਦਾ, ਜੇ ਨਹੀਂ ਹੋਣਾ ਸੀਗਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ। ਸੋ ਹੁਣ ਚੰਗੀ ਗੱਲ ਹੈ ਕਿ ਵਿਰੋਧੀ ਧਿਰਾਂ ਇਕੱਠੀਆਂ ਹੋਈਆਂ ਨੇ ਔਰ ਇੱਕ ਵੱਡਾ ਚੈਲੰਜ ਦੇ ਰਹੀਆਂ ਨੇ। ਸੋ ਉਮੀਦ ਹੈ ਕਿ 24 ਤੱਕ ਆਉਂਦਿਆਂ ਹੋਰ ਵੀ ਜਿਹੜੀਆਂ ਜੇ ਪਾਰਟੀਆਂ ਬਾਹਰ ਨੇ, ਖਾਸ ਤੌਰ ਤੇ ਬਸਪਾ ਵਰਗੀਆਂ ਪਾਰਟੀਆਂ ਜਿਹੜੀਆਂ ਹਜੇ ਬਾਹਰ ਰਹਿ ਗਈਆਂ ਨੇ, ਉਹਨਾਂ ਨੂੰ ਵੀ ਇਸ ਗਰੁੱਪ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ, ਤਾਂ ਕਿ ਲੋਕਾਂ ਨੂੰ, ਸੰਵਿਧਾਨ ਨੂੰ, ਔਰ ਖਾਸ ਤੌਰ ਤੇ ਜਿਹੜੇ ਦਲਿਤ ਪਰਿਵਾਰ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਭੰਗੂ ਸਾਹਿਬ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵਿਚਾਰ ਰੱਖਣ ਦੇ ਲਈ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ।